ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਹ ਜੋ ਪਾਵਨ ਸ਼ਬਦ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਅੰਦਰੋਂ ਆਪ ਜੀ ਨੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਪਾਵਨ ਮੁਬਾਰਕ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ 874 ਅੰਕ ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਜੀ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਪਰਮਾਤਮਾ ਦੀ ਬੰਦਗੀ ਦੇ ਨਾਲ, ਇੱਕ ਰੱਬ ਦੇ ਖਿਆਲ ਔਰ ਇੱਕ ਰੱਬ ਜੀ ਦੇ ਗੁਣਾਂ ਨਾਲ ਜੁੜਨ ਦੀ ਗੱਲ ਕੀਤੀ ਹੈ। ਵੈਸੇ ਜਦੋਂ ਅੰਮ੍ਰਿਤ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਸਤਿਗੁਰ ਕੀ ਸੰਪੂਰਨ ਬਾਣੀ ਸਾਨੂੰ ਸਾਡੇ ਜੀਵਨ ਦੇ ਅਨੇਕਾਂ ਭਰਮਾਂ ਤੋਂ ਬਾਹਰ ਕੱਢ ਕੇ ਕਿਰਤਮ ਦੀ ਪੂਜਾ ਨਾਲੋਂ ਤੋੜ ਕੇ ਕਰਤੇ ਦੀ ਪੂਜਾ ਨਾਲ ਜੋੜਦੀ ਹੈ। ਕਿਰਤਮ ਦੀ ਪੂਜਾ ਦਾ ਭਾਵ ਹੈ ਜੋ ਕਰਤੇ ਦੀ ਬਣਾਈ ਹੋਈ ਕਿਰਤ ਹੈ। ਜਦੋਂ ਬੰਦਾ ਕਰਤੇ ਦੀ ਬਣਾਈ ਕਿਰਤ ਦੀ ਪੂਜਾ ਕਰਦਾ ਹੈ ਤੇ ਸਮਝ ਲੈਣਾ ਉਹ ਪਰਮਾਤਮਾ ਅਕਾਲ ਪੁਰਖ ਦੇ ਗੁਣਾਂ ਤੋਂ ਬਹੁਤ ਦੂਰ ਚਲਾ ਗਿਆ। ਕਰਤੇ ਦੀ ਪੂਜਾ ਹੈ ਪਰਮਾਤਮਾ ਅਕਾਲ ਪੁਰਖ ਦੀ ਪੂਜਾ, ਤੇ ਕਿਰਤਮ ਦੀ ਪੂਜਾ ਹੈ ਜਿਵੇਂ ਮਨੁੱਖ ਆਮ ਅਸੀਂ ਆਪਣੇ ਸਮਾਜ ਵਿੱਚ ਵੇਖਦੇ ਹਾਂ, ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਕੋਈ ਰੁੱਖਾਂ ਦੀ ਪੂਜਾ ਕਰਦਾ ਹੈ, ਕੋਈ ਹੋਰ ਅਨੇਕਾਂ ਤਰ੍ਹਾਂ ਦੇ ਸਾਧਨ ਜਿਨ੍ਹਾਂ ਦੇ ਰਾਹੀਂ ਉਹ ਕਹਿੰਦਾ ਵੀ ਮੈਂ ਆਪਣੇ ਇਸ਼ਟ ਦੀ ਪੂਜਾ ਕਰ ਰਿਹਾ। ਸਾਧ ਸੰਗਤ, ਕੋਈ ਦੂਜਾ ਬੰਦਾ ਕਰੇ, ਦੂਜੇ ਧਰਮ ਦਾ ਕਰੇ ਤੇ ਗੱਲ ਸਮਝ ਵਿੱਚ ਆ ਜਾਂਦੀ ਹੈ, ਪਰ ਜਦੋਂ ਕੋਈ ਆਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿਰ ਝੁਕਾਉਣ ਵਾਲਾ ਗੁਰਸਿੱਖ ਵੀ ਇਹ ਕਰਮ ਕਰੇ, ਉਸ ਵੇਲੇ ਸੱਚ ਵਿੱਚ ਸੋਚਣਾ ਬਣਦਾ ਹੈ ਕਿ ਅੱਜ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਿੱਤੇ ਸੁਨੇਹੇ ਤੋਂ ਕਿੰਨੀ ਦੂਰ ਚਲੇ ਗਏ ਹਾਂ। ਇਹਦੇ ਵਿੱਚ ਦੋਸ਼ ਸਾਧ ਸੰਗਤ ਜੀ ਸਾਡਾ ਆਪਣਾ ਹੈ, ਕਿਉਂਕਿ ਅਸੀਂ ਕਦੀ ਬਾਣੀ ਨੂੰ ਪੜ੍ਹਨ ਵੱਲ ਧਿਆਨ ਦਿੱਤਾ ਹੀ ਨਹੀਂ। ਸਾਡਾ ਸਾਰਾ ਜ਼ੋਰ ਜਿਹੜਾ ਹੈ ਉਹ ਜਾਂ ਤੇ ਬਾਹਰ ਮੁਖੀ ਗੁਰਦੁਆਰੇ ਦੇ ਅੰਦਰ ਬਹੁਤੇ ਲੰਗਰਾਂ ਤੇ ਲੱਗਾ ਹੋਇਆ ਹੈ, ਜਾਂ ਸਾਡਾ ਬਹੁਤਾ ਜ਼ੋਰ ਨਗਰ ਕੀਰਤਨਾਂ ਤੇ ਲੱਗਾ ਹੋਇਆ ਹੈ। ਮੈਨੂੰ ਮਾਫ ਕਰ ਦੇਣਾ ਮੈਂ ਜਿਹੜੇ ਬਚਨ ਕਹਿ ਰਿਹਾ, ਪਰ ਸਾਨੂੰ ਕੋਈ ਸਵਾਲ ਕਰਦੇ ਕਿ ਇਹ ਗੁਰੂ ਕੇ ਸਿੱਖਾ ਜਿਹੜੇ ਸਤਿਗੁਰ ਕੀ ਬਾਣੀ ਤੋਂ ਪੜ੍ਹਨੇ, ਨਗਰ ਕੀਰਤਨਾਂ ਦੇ ਵਕਤ ਜਿਹੜੇ ਗੁਰੂ ਨੂੰ ਆਪਣੇ ਸਿਰ ਤੇ ਚੁੱਕ ਕੇ ਤੂੰ ਕਦੀ ਇੱਧਰ ਨੂੰ ਤੁਰਿਆ ਜਾਂਦਾ, ਕਦੀ ਉੱਧਰ ਨੂੰ ਤੁਰਿਆ ਜਾਂਦਾ, ਮੈਨੂੰ ਇਹ ਦੱਸ ਕਿ ਇਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਕੋਈ ਇੱਕ ਪੈਗਾਮ ਹੀ ਮੈਨੂੰ ਦੱਸ ਦੇ, ਕੋਈ ਸੁਨੇਹਾ ਹੀ ਮੈਨੂੰ ਦੱਸ ਦੇ, ਤੇ ਸ਼ਾਇਦ ਸਾਧ ਸੰਗਤ ਸਾਡੇ ਕੋਲੋਂ ਉਹਦੀਆਂ ਕਈਆਂ ਹੋਈਆਂ ਗੱਲਾਂ ਦਾ ਜਵਾਬ ਨਹੀਂ ਹੋਏਗਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ, ਜਿੰਦੇ ਵਿੱਚੋਂ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ, ਥੋੜੀ ਜਿਹੀ ਤਵੱਜੋ ਦੇ ਆ ਜੇ ਸਾਧ ਸੰਗਤ, ਕਿਉਂਕਿ ਇਹ ਸ਼ਬਦ ਸੱਚ ਵਿੱਚ ਧਿਆਨ ਮੰਗਦਾ ਹੈ ਔਰ ਇਹਦੇ ਵਿੱਚ ਇਹੋ ਜਿਹੀਆਂ ਗੱਲਾਂ ਭਗਤ ਜੀ ਨੇ ਕੀਤੀਆਂ ਨੇ। ਵੈਸੇ ਅਸੀਂ ਸਾਧ ਸੰਗਤ ਸੁਖਮਨੀ ਸਾਹਿਬ ਜੀ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਇਹ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੀਆਂ ਨੇ, ਪਰ ਇਹ ਵੀ ਸੱਚ ਹੈ ਸਾਧ ਸੰਗਤ ਜੀ ਕਿ ਅਸੀਂ ਜਿੰਨਾ ਜ਼ੋਰ ਪੜ੍ਹਨ ਤੇ ਦਿੱਤਾ ਹੈ, ਅਸੀਂ 1% ਵੀ ਜ਼ੋਰ ਜਿਹੜਾ ਬਾਣੀ ਨੂੰ ਸਮਝਣ ਤੇ ਨਹੀਂ ਦਿੱਤਾ। ਇਹਦਾ ਮਤਲਬ ਹੁਣ ਇਹ ਨਾ ਲੈ ਲੈਣਾ ਕਿ ਗੁਰਬਾਣੀ ਨੂੰ ਪੜ੍ਹਨ ਤੋਂ ਕਿਤੇ ਭਾਈ ਸਾਹਿਬ ਜੀ ਰੋਕਦੇ ਪਏ ਨੇ ਵੀ ਬਾਣੀ ਨੂੰ ਪੜ੍ਹੋ ਹੀ ਨਾ। ਬਾਣੀ ਨੂੰ ਪੜ੍ਹਨਾ ਤੇ ਫਿਰ ਬਾਣੀ ਨੂੰ ਸਮਝਣਾ, ਇਹ ਦੋ ਤਰ੍ਹਾਂ ਦੇ ਕੰਮ ਨੇ ਜਿਹੜੇ ਸਿੱਖ ਨੇ ਆਪਣੇ ਜੀਵਨ ਵਿੱਚ ਨਿਰੰਤਰ ਕਰਨੇ ਨੇ। ਬਾਣੀ ਪੜ੍ਹਨੀ ਵੀ ਹੈ ਤੇ ਬਾਣੀ ਪੜ੍ਹਨ ਦੇ ਨਾਲ ਨਾਲ ਬਾਣੀ ਨੂੰ ਸਮਝਣਾ ਵੀ ਹੈ।
क्योंकि सतगुर की बाणी मनुखी जीवन जांच का खजाना है। सतगुर की बाणी सिख दे जीवन का वो अमोलक खजाना है कि संसार अंदर जीवन जिउंदियां ये अपने जीवन के अंदर किवें करते नाल जुड़ के संसार दीयां नियामतां नूं मान सके। आओ हुण इस शब्द वाल आपां ध्यान दईए। साध संगत, भगत नामदेव जी के पावन बचन ने, रहाऊ की पंक्ति है। भगत जी कहते ने, हों तो एक रमैया लैहों, आन देव बदलावन देहों। भगत जी एक धर्म के पुजारी नूं मुखातब होके कहते ने तू रोज परमात्मा दी, रब दी, इष्ट दी, अपने दी बंदगी करना है। वख वख देवते, वख वख इष्ट बना के तू समाज विच प्रचार दिते। हे पंडित, तू मैनू भी कहना भी तू इन्हां दे नाल जुड़। पर भगत नामदेव जी कहते ने अज एक परमात्मा, अकाल पुरख परमात्मा नूं मैं अपने जीवन का आधार बना लिया। हों तो एक रमैया लैहों। भगत जी कहते ने मैं ते एक परमात्मा नूं अपने जीवन का आधार बना लिया। मैं एक करते परमात्मा नूं अपने जीवन विच लै लिया। भाव मैं उनके चरणों विच, उनके उपदेश विच जुड़न दे लई अपने मन नूं परपक्क कर लिया। हुण सिर्फ मैं एक करते दे हुकम विच चलना। हुण मैं सिर्फ एक करते दे हुकम नूं मनना। हाँ तो एक रमैया लैहों, आन देव। आन दा मतलब हुंदा है होर जिहड़े देवते ने जिन्हां दी तू पूजा करन दी गल करना है, जिन्हां दी तू बंदगी करन दे लई कहना है, जिन्हां नूं कहना भी इन्हां दी बंदगी करेंगा ते तां तू भवजल तो पार होवेंगा, तां तेनू स्वर्ग मिलेगा, तां तेरे जीवन दे जंजाल कट्टे जाणगे, तां तेनू जीवन दे सुख मिलणगे। भगत नामदेव जी कहंदे ने आन देव बदलावन देहों। बदलावन का मतलब होता है बदले विच दे देना। साध संगत, बाजार विच जाइए, असी कोई चीज़ नवी खरीदनी होवे, उस चीज़ नूं खरीदण लई सानूं उहदे बदले विच पैसे देने पैंदे ने, माया देनी पैंदी है। पुराने समय चो जदों किसी इंसान कोलों माया नहीं सी हुंदी ना, ते वो इंसान की करदा सी, मान लो किसी नूं दाणियां दी जरूरत है, घर रोटी बनाने दे लई आटा चाहिए, दाने चाहिए ने, ते उसे नगर दे अंदर, पिंड दे अंदर रहन वाला अगर कोई मान लो लोहार है या कोई घुमियार है, जिहड़े वक्खो वखरे किते हुंदे सन, वो वक्खो वखरे कितियां नाल संबंध रखण वाले लोग, लोहार वो कहंदा सी भाई तेनू लोहे दा कोई काम होवे ते मैनू दसी, तेरा लोहे दा काम मैं कर दियांगा, उहदे बदले विच मैनू दाणे दे दे। घुमियार कहंदा सी तेनू कोई घड़ा चाहिए, तेनू कोई होर बर्तन चाहिए, तू वो बर्तन मेरे कोलों लै लई, पर एक गल चेते रखी, इहदे बदले दे विच मैनू अनाज अन्न दे दें। साध संगत, इस तरह बदले दे विच चीज़ां लईआं जांदियां सन। अज भी साडे समाज विच बड़ा कुछ इस तरह दा है, जिथे तुसी किसी चीज़ नूं दे के उहदे बदले विच कोई दूजी चीज़ खरीददे हो। धन गुरु ग्रंथ साहिब पातशाह जी दे बड़े अमोलक बचन, थोड़ी जी तवज्जो दे आज इन्हां बचनां नूं समझण दे लई, क्योंकि साध संगत ये मैनूं पता है भी बाणी नूं समझण विच एकाग्रता दी बड़ी जरूरत होंदी है। जे एकाग्रता नहीं तो असीं बाणी नूं समझ नहीं सकांगे। यही कारण है कि जदों गुरबाणी गुरुद्वारे दे अंदर कीर्तन हुंदा है, इंस्ट्रूमेंट वजदे ने नाल, तबला वज्जा, वाजा वज्जा, बंदे दा मन जुड़िया रहिंदा है, क्योंकि विथ नहीं पैंदी, शब्द पढ़िया जा रहा है, फिर साउंड की आवाज़, मन जुड़िया रहिंदा है, मन लगा रहिंदा है। पर शब्द नूं समझण दे लई साध संगत ना मेरे नाल वाजा है ते ना तबला है, इस करके एकाग्रता तुहानूं बनानी पेगी। मैं फिर बेनती करदिआं, भगत नामदेव जी कहंदे ने, हे दुनियावी लोकां नूं, संसार नूं धर्म की गल दस्सण वाले पंडित, मैं एक परमात्मा नूं, अकाल पुरख नूं अपने जीवन का आधार बना लिया है।
ਤੇ ਉਸ ਇੱਕ ਮਾਲਕ ਦੇ ਬਦਲੇ ਦੇ ਵਿੱਚ ਤੇਰੇ ਜਿੰਨੇ ਦੇਵਤੇ ਨੇ, ਆਣ ਦੇਵ ਬਦਲਾਵਣ ਦੇਹੋਂ, ਉਹ ਮੈਂ ਬਦਲੇ ਵਿੱਚ ਤੈਨੂੰ ਦੇ ਰਿਹਾ। ਭਾਵ ਹੁਣ ਮੈਨੂੰ ਇਹ ਤੇਰੇ ਦੇਵਤੇ ਨਹੀਂ ਚਾਹੀਦੇ ਜਿਨ੍ਹਾਂ ਦਾ ਤੂੰ ਦੁਹਾਈ ਪਾ ਕੇ ਕਹਿਣਾ ਵੀ ਰੱਬ ਦੀ ਦੁਹਾਈ, ਇਹਨਾਂ ਦੀ ਪੂਜਾ ਕਰੋ, ਇਹਨਾਂ ਨੂੰ ਸੇਵੋ, ਇਹਨਾਂ ਦੇ ਚਰਨਾਂ ਵਿੱਚ ਜੁੜੋ। ਭਗਤ ਨਾਮਦੇਵ ਜੀ ਕਹਿੰਦੇ ਨੇ ਹੁਣ ਮੈਨੂੰ ਤੇਰੇ ਇਹ ਦੇਵਤੇ ਨਹੀਂ ਚਾਹੀਦੇ। ਇੱਕ ਪਰਮਾਤਮਾ ਨੂੰ ਮੈਂ ਆਪਣਾ ਬਣਾ ਲਿਆ, ਉਹਨੂੰ ਇੱਕ ਨੂੰ ਬਣਾਉਣ ਦੇ ਬਦਲੇ ਵਿੱਚ ਹੋਰ ਜਿੰਨੇ ਨੇ, ਇਹ ਪੰਡਤ ਜੀ ਤੂੰ ਇਹਨਾਂ ਸਾਰਿਆਂ ਨੂੰ ਲੈ ਜਾ, ਮੈਨੂੰ ਇਹ ਨਹੀਂ ਚਾਹੀਦੇ। ਸਾਧ ਸੰਗਤ ਕੀ ਇਹ ਗੱਲ ਕਹਿ ਦੇਣੀ ਸੌਖੀ ਹੈ? ਤੁਸੀਂ ਥੋੜਾ ਜਿਹਾ ਧਿਆਨ ਦਿਓ ਵੀ ਭਗਤ ਨਾਮਦੇਵ ਜੀ ਜਿਸ ਸਮੇਂ ਦੇ ਅੰਦਰ ਇਹ ਗੱਲ ਕਰ ਰਹੇ ਨੇ, ਉਸ ਸਮੇਂ ਦੇ ਅੰਦਰ ਇਸ ਗੱਲ ਨੂੰ ਕਹਿਣਾ ਕਿੰਨਾ ਔਖਾ ਹੋਏਗਾ। ਅਸੀਂ ਤੇ ਅੱਜ ਧਰਮ ਦੀ ਗੱਲ ਕਰਨੀ ਹੋਵੇ, ਸੱਚੇ ਸਾਨੂੰ ਅੱਜ ਸਾਡੇ ਕੋਲੋਂ ਧਰਮ ਦੀ ਗੱਲ ਨਹੀਂ ਹੁੰਦੀ। ਅਸੀਂ ਕਹਿੰਦੇ ਆ ਵੀ ਜੇ ਇਹ ਗੱਲ ਕੀਤੀ ਤੇ ਫਲਾਣਾ ਬੰਦਾ ਨਾਰਾਜ਼ ਨਾ ਹੋ ਜਾਏ ਕਿਤੇ। ਕਿੰਨੇ ਐਸੇ ਵਿਸ਼ੇ ਨੇ ਸਾਡੇ ਧਰਮ ਦੇ ਅੰਦਰ ਜਿਨ੍ਹਾਂ ਨੂੰ ਅੱਜ ਸੱਚ ਵਿੱਚ ਸਾਡੀ ਸਿੱਖ ਕੌਮ ਦੇ ਅੰਦਰ ਘੁੰਮਣ ਘੇਰੀ ਦੇ ਵਿੱਚ ਅਸੀਂ ਸਿੱਖਾਂ ਨੂੰ ਫਸਾਇਆ ਹੋਇਆ ਹੈ। ਕਿੰਨੇ ਐਸੇ ਮਸਲੇ ਨੇ ਸਿੱਖ ਪੰਥ ਦੇ ਅੰਦਰ, ਕਿਤੇ ਮਾਸ ਦੀ ਗੱਲ ਹੈ, ਕਿਤੇ ਗੁਰਬਾਣੀ ਦੇ ਅੰਦਰ ਰਾਗਮਾਲਾ ਦਾ ਕਨਸੈਪਟ ਹੈ। ਕਿੰਨੀਆਂ ਐਸੀਆਂ ਉਲਝਣਾਂ ਨੇ ਜਿਨ੍ਹਾਂ ਵਿੱਚ ਅਸੀਂ ਪੰਥ ਨੂੰ ਅੱਜ ਤੱਕ ਉਲਝਾ ਕੇ ਰੱਖਿਆ ਹੋਇਆ ਹੈ। ਅਸੀਂ ਗੱਲ ਕਰਨ ਤੋਂ ਕਿਉਂ ਡਰਦੇ ਹਾਂ? ਇਹਦਾ ਕਾਰਨ ਇਹੀ ਹੈ ਸਾਧ ਸੰਗਤ ਕਿ ਸਾਨੂੰ ਲੱਗਦਾ ਵੀ ਜੇ ਅਸੀਂ ਗੱਲ ਕੀਤੀ ਤੇ ਅਸੀਂ ਲੋਕਾਂ ਦੇ ਵਿੱਚ ਕਿਤੇ ਬੁਰੇ ਨਾ ਪੈ ਜਾਈਏ। ਪਰ ਸੱਚ ਇਹ ਹੈ, ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਰੱਬ ਦੀ ਗੱਲ ਕੀਤੀ ਹੋਏਗੀ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਲਈ ਇੱਕ ਰੱਬ ਦੀ ਗੱਲ ਕਰਨੀ ਸੌਖੀ ਸੀ। ਮੈਂ ਕਹਿੰਦਾ ਬਾਬਾ ਕਬੀਰ ਸਾਹਿਬ ਜੀ ਨੇ ਜਿੱਦਨ ਇੱਕ ਰੱਬ ਦੀ ਗੱਲ ਕੀਤੀ, ਕਿ ਬਾਬਾ ਕਬੀਰ ਸਾਹਿਬ ਲਈ ਇੱਕ ਰੱਬ ਦੀ ਗੱਲ ਕਰਨੀ ਸੌਖੀ ਸੀ? ਨਹੀਂ, ਉਹਨਾਂ ਲਈ ਇਹ ਕੰਮ ਬੜਾ। ਤਾਂ ਹੀ ਤੇ ਭਗਤ ਜੀ ਕਹਿੰਦੇ ਨੇ ਕਬੀਰ ਸਾਹਿਬ ਜੀ, ਜਬ ਹਮ ਏਕੋ ਏਕ ਕਰ ਜਾਨਿਆ, ਤਬ ਲੋਗੇ ਕਾਹੇ ਦੁੱਖ ਮਾਨਿਆ। ਜਦੋਂ ਮੈਂ ਇੱਕ ਦੀ ਗੱਲ ਕੀਤੀ, ਭਗਤ ਕਬੀਰ ਸਾਹਿਬ ਕਹਿੰਦੇ ਨੇ ਲੋਕ ਬੜੇ ਦੁਖੀ ਹੋਏ। ਜਿਹੜੇ ਧਰਮ ਦੇ ਅੰਦਰ ਇੱਕ ਰੱਬ ਦੀ ਗੱਲ ਸੁਣਦੇ ਹੀ ਨਹੀਂ ਸਨ, ਜਿਨ੍ਹਾਂ ਲੋਕਾਂ ਨੇ ਰੱਬ ਵੀ ਕਈ ਬਣਾ ਦਿੱਤੇ ਸਨ, ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਲਈ ਸੁਣਨਾ ਬੜਾ ਔਖਾ ਹੋ ਗਿਆ। ਕਦੀ ਅਸੀਂ ਧਿਆਨ ਦਈਏ ਵੀ ਅਸੀਂ ਇਹਨਾਂ ਵਿਸ਼ਿਆਂ ਨੂੰ ਕਿਉਂ ਆਪਣੇ ਸਮਾਜ ਵਿੱਚ, ਆਪਣੇ ਸਿੱਖ ਕੌਮ ਦੇ ਅੰਦਰ ਦਿਨੋਂ ਦਿਨ ਵਧਾਉਣ ਦਾ ਕੰਮ ਕਰ ਰਹੇ, ਇਹਨਾਂ ਨੂੰ ਹੱਲ ਕਿਉਂ ਨਹੀਂ ਕਰਦੇ? ਕਿਉਂਕਿ ਸਾਨੂੰ ਆਪਣੀ ਆਪਣਤ ਦਾ ਡਰ ਹੈ। ਸਾਨੂੰ ਇਹ ਡਰ ਹੈ ਵੀ ਜੇ ਮੈਂ ਗੱਲ ਕਰਾਂਗਾ ਕਿਤੇ ਐਸਾ ਨਾ ਹੋਵੇ ਸਮਾਜ ਵਿੱਚ ਮੈਂ ਬੁਰਾ ਪੈ ਜਾਵਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਜੇ ਪਰਮਾਤਮਾ ਰੱਬ ਇੱਕ ਦੀ ਗੱਲ ਕਰਨੀ ਹੈ, ਇਹ ਗੱਲ ਤੈਨੂੰ ਆਪਣੇ ਆਪੇ ਤੋਂ ਉੱਠ ਕੇ ਕਰਨੀ ਪਏਗੀ। ਇਹ ਗੱਲ ਤੂੰ ਕਿਸੇ ਦਬਾਅ ਵਿੱਚ ਨਹੀਂ ਕਰ ਸਕਦਾ। ਜੇ ਤੂੰ ਕਿਸੇ ਦਬਾਅ ਵਿੱਚ ਰਹਿ ਕੇ ਗੱਲ ਕਰੇਗਾ ਤੇ ਫਿਰ ਤੂੰ ਕਦੀ ਗੁਰੂ ਨਾਲ ਉੱਪਰ ਨਾ ਨਹੀਂ ਸਕਦਾ। ਇਹ ਦਬਾਅ ਤੋਂ ਉੱਤੇ ਉੱਠ ਕੇ ਗੱਲ ਕਰਨੀ ਪਏਗੀ। ਮੈਂ ਕਈ ਵਾਰੀ ਬੇਨਤੀ ਕਰਨਾ, ਜਿੱਦਨ ਭਾਈ ਮਨੀ ਸਿੰਘ ਜੀ ਨੂੰ ਕਿਹਾ ਹੋਏਗਾ, ਮਨੀ ਸਿੰਘ ਤੇਰੇ ਬੰਦ ਕੱਟੇ ਜਾਣ ਦਾ ਹੁਕਮ ਦੇ ਦਿੱਤਾ ਗਿਆ ਹੈ, ਅਜੇ ਵੀ ਆਪਣੀ ਸਿੱਖੀ ਨੂੰ ਛੱਡ ਦੇ। ਸੱਚ ਵਿੱਚ ਉਸ 90 ਸਾਲ ਦੇ ਮਹਾਨ ਮਰਜੀਵੜੇ ਸਿੱਖ ਜਿੰਦੀ ਉਮਰ ਦਾ ਪੜਾ ਅਖੀਰਲਾ 90 ਸਾਲ ਦੀ ਉਮਰ ਹੈ, ਸੱਚ ਵਿੱਚ ਉਹਨੇ ਇੱਕ ਵਾਰੀ ਵੀ ਨਹੀਂ ਸੋਚਿਆ। ਉਹਨੇ ਆਖਿਆ ਤੁਸੀਂ ਮੇਰੇ ਤਨ ਦੇ ਬੇਸ਼ੱਕ ਇੱਕ ਇੱਕ ਪੁਰਜਾ ਟੁਕੜਾ ਕਰ ਦਿਓ, ਇੱਕ ਇੱਕ ਪੋਟਾ ਕਰਕੇ ਕੱਟ ਦਿਓ, ਪਰ ਮੈਂ ਆਪਣੇ ਸਤਿਗੁਰੂ ਦੀ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦਾ। ਜਿੱਦਨ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਹੋਣਾ ਹੈ, ਕਿੰਨੀਆਂ ਉਦਾਹਰਨਾਂ ਸਾਧ ਸੰਗਤ ਜੀ ਆਪਾਂ ਇਤਿਹਾਸ ਵਿੱਚੋਂ ਲਈਏ। ਭਗਤ ਨਾਮਦੇਵ ਜੀ ਕਹਿੰਦੇ ਨੇ, ਆਨ ਦੇਵ ਬਦਲਾਵਨ ਦੇਹੋਂ, ਇਹ ਪੰਡਤ ਤੇਰੇ ਹੋਰ ਜਿੰਨੇ ਦੇਵਤੇ ਨੇ ਜਿਨ੍ਹਾਂ ਦੀ ਤੂੰ ਪੂਜਾ ਕਰਨ ਦੇ ਲਈ ਮੈਨੂੰ ਕਹਿੰਦਾ, ਮੈਂ ਉਹ ਬਦਲੇ ਵਿੱਚ ਦੇ ਦਿੱਤੇ ਨੇ। ਭਾਵ ਹੁਣ ਮੈਂ ਇੱਕ ਅਕਾਲ ਪੁਰਖ ਪਰਮਾਤਮਾ ਨਾਲ ਆਪਣੀ ਸੁਰਤ ਜੋੜ ਲਈਏ। ਮੇਰਾ ਤੇ ਮਾਲਕ ਹੁਣ ਉਹ ਇੱਕ ਪਰਮਾਤਮਾ ਬਣ ਗਏ। ਫਿਰ ਭਗਤ ਜੀ ਪਹਿਲੇ ਬੰਦ ਵਿੱਚ ਕਹਿੰਦੇ ਨੇ, ਹੁਣ ਕਿਹਨਾਂ ਦੀ ਪੂਜਾ? ਭਗਤ ਜੀ ਨੇ ਹੁਣ ਜ਼ਿਕਰ ਕੀਤਾ, ਕਹਿੰਦੇ ਪੈਰੋ ਭੂਤ ਸ਼ੀਤਲਾ ਧਾਵੈ, ਖਰਬਾਹਨਿਓ ਸ਼ਾਰ ਉਡਾਵੈ। ਪੈਰੋ ਭੂਤ ਸ਼ੀਤਲਾ ਧਾਵੈ, ਪਹਿਲੀ ਪੰਕਤੀ ਦੇ ਅੰਦਰ ਦੋ ਦਾ ਜ਼ਿਕਰ ਆ ਗਿਆ। ਧਿਆਨ ਦੇਣਾ, ਭੈਰੋ ਇਹਦਾ ਮੰਦਰ ਜੰਮੂ ਦੇ ਅੰਦਰ ਅੱਜ ਵੀ ਕਈ ਲੋਕ, ਬੇਅੰਤ ਲੋਕ ਜਿਹੜੇ ਨੇ, ਬਹੁਤ ਲੋਕ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਵੀਰ ਨੇ, ਉਹ ਸਥਾਨ ਤੇ ਜਾ ਕੇ ਸਿਰ ਝੁਕਾਉਂਦੇ ਨੇ। ਸ਼ਿਵ ਜੀ ਦੇ 8 ਰੂਪ ਮੰਨੇ ਗਏ ਨੇ।
ਭਿਆਨਕ ਰੂਪ। ਉਹਨਾਂ 8 ਭਿਆਨਕ ਰੂਪਾਂ ਦੇ ਵਿੱਚੋਂ ਇੱਕ ਭੈਰੋ ਦਾ ਰੂਪ ਹੈ। ਇਹਦੀ ਸਵਾਰੀ ਕਾਲੇ ਕੁੱਤੇ ਨੂੰ ਮੰਨਿਆ ਗਿਆ ਵੀ ਇਹ ਕਾਲੇ ਕੁੱਤੇ ਤੇ ਆਪਣੀ ਸਵਾਰੀ ਕਰਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ, ਦੁਨੀਆ ਦੇ ਲੋਕੋ, ਜੇ ਤੁਸੀਂ ਮੰਨ ਲਓ ਭੈਰੋ ਦੀ ਪੂਜਾ ਕਰੋਗੇ ਤੇ ਭੈਰੋ ਤੁਹਾਡੇ ਤੇ ਹੋ ਜਾਏ ਬੜਾ ਖੁਸ਼। ਤੇ ਜਿਹੜਾ ਇਸ਼ਟ ਹੈ ਜਦੋਂ ਆਪਣੇ ਸਿੱਖ ਤੇ ਸੇਵਕ ਤੇ ਖੁਸ਼ ਹੁੰਦਾ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਕੀ ਕਰੇਗਾ, ਤੁਹਾਨੂੰ ਆਪਣੇ ਵਰਗਾ ਬਣਾਏਗਾ ਨਾ। ਤੇ ਜੇ ਤੁਸੀਂ ਉਹਦੇ ਵਰਗੇ ਬਣ ਵੀ ਗਏ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਕੀ ਹੋਏਗਾ, ਪਿੰਡੇ ਤੇ ਸਵਾਹ ਮਲ ਕੇ ਜਟਾਵਾਂ ਬਣਾ ਕੇ ਭੈਰੋ ਦੀ ਤਰ੍ਹਾਂ ਇੱਕ ਭਿਆਨਕ ਜਿਹਾ ਭੂਤ ਵਰਗਾ ਰੂਪ ਤੁਸੀਂ ਬਣਾ ਲੋਗੇ। ਇੱਕ ਕਾਲਾ ਕੁੱਤਾ ਤੁਹਾਡੇ ਕੋਲ ਹੋਵੇਗਾ ਜਿੰਦੀ ਤੁਸੀਂ ਸਵਾਰੀ ਕਰੋਗੇ। ਭਗਤ ਜੀ ਕਹਿੰਦੇ ਨੇ, ਭੈਰੋ ਭੂਤ ਸ਼ੀਤਲਾ ਧਾਵੈ। ਸ਼ੀਤਲਾ, ਸਾਡੇ ਸਮਾਜ ਵਿੱਚ ਇਸ ਦਾ ਬੜਾ ਪ੍ਰਕੋਪ ਤੇ ਬੜਾ ਡਰ ਹੈ। ਇੱਕ ਬਿਮਾਰੀ ਹੈ ਸਾਧ ਸੰਗਤ ਜੀ, ਜਿਹੜੀ ਖਾਸ ਕਰਕੇ ਅੱਜ ਬੜੀਆਂ ਸੁਵਿਧਾਵਾਂ ਬਣ ਗਈਆਂ ਸਾਡੇ ਸਮਾਜ ਵਿੱਚ। ਪੁਰਾਣੇ ਸਮੇਂ 'ਚ ਇੰਜੈਕਸ਼ਨ ਨਹੀਂ ਸਨ ਹੁੰਦੇ ਚਿਕਨ ਪੌਕਸ ਦੇ। ਚਿਕਨ ਪੌਕਸ ਜਿਹੜੀ ਬਿਮਾਰੀ, ਇਹਨੂੰ ਕਿਹਾ ਜਾਂਦਾ ਸੀ ਸ਼ੀਤਲਾ ਦਾ ਪ੍ਰਕੋਪ। ਇਹਨੂੰ, ਇਸ ਬਿਮਾਰੀ ਨੂੰ ਕਿਹਾ ਜਾਂਦਾ ਸੀ, ਇਹਨੂੰ ਚੇਚਕ ਹੈ, ਇਹਨੂੰ ਸ਼ੀਤਲਾ ਦਾ ਪ੍ਰਕੋਪ ਹੈ। ਅੱਜ ਬੱਚੇ ਨੂੰ 9 ਸਾਲ ਦੀ ਉਮਰ ਦੇ ਵਿੱਚ ਇਹਦਾ ਇੰਜੈਕਸ਼ਨ ਲੱਗ ਜਾਂਦਾ ਹੈ ਤਾਂ ਕਿ ਇਹ ਬਿਮਾਰੀ ਬੱਚੇ ਨੂੰ ਨਾ ਹੋਵੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਚੇਚਕ ਦੀ ਬਿਮਾਰੀ ਹੋਈ ਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੜੇ ਲੋਕਾਂ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਇਹ ਬਿਮਾਰੀ ਤੁਹਾਡੇ ਪੁੱਤਰ ਨੂੰ ਲੱਗੀ ਏ, ਕਿਤੇ ਐਸਾ ਨਾ ਹੋਵੇ ਬਿਮਾਰੀ ਤੁਹਾਡੇ ਪੁੱਤਰ ਦੇ ਅੰਗ ਨੂੰ ਮਾਰ ਦੇ। ਕਿਉਂਕਿ ਅਕਸਰ ਜਿਨ੍ਹਾਂ ਨੂੰ ਇਹ ਬਿਮਾਰੀ ਲੱਗਦੀ ਸੀ, ਇਹ ਬਿਮਾਰੀ ਸਰੀਰ ਦੇ ਕਿਸੇ ਅੰਗ ਨੂੰ ਨਕਾਰਾ ਕਰਕੇ ਜਾਂਦੀ ਸੀ, ਖਾਸ ਕਰਕੇ ਅੱਖਾਂ ਨੂੰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ, ਅਸੀਂ ਕਿਸੇ ਸ਼ੀਤਲਾ ਦੀ ਪੂਜਾ ਨਹੀਂ ਕਰਨੀ, ਸਾਡਾ ਤੇ ਮਾਲਕ ਉਹ ਕਰਤਾ ਅਕਾਲ ਪੁਰਖ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਦੋਂ ਆਪਾਂ ਅਰਦਾਸ ਦਾ ਟੌਪਿਕ ਸ਼ੁਰੂ ਕੀਤਾ ਸੀ, ਮੈਂ ਉਦੋਂ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਕਿ ਅਰਦਾਸ ਹਿਰਦੇ ਦੀ ਉਹ ਭਾਵਨਾ ਤੇ ਵੇਦਨਾ ਹੈ ਜਿਹਨੂੰ ਮੇਰੇ ਸਾਹਿਬ ਕਹਿੰਦੇ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੇ ਅਰਦਾਸ ਕਰਨੀ ਤੇ ਇੱਕ ਕਰਤੇ ਦੇ ਚਰਨਾਂ ਦੇ ਵਿੱਚ ਕਰ। ਤਾਂ ਹੀ ਭਗਤ ਕਬੀਰ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਮੈਨੂੰ ਮੇਰੇ ਮਾਲਕ ਕਿਰਪਾ ਕਰੀ, ਜੇ ਕਿਤੇ ਜੀਵਨ ਦੇ ਅੰਦਰ ਮੈਂ ਸਤਿਗੁਰ ਜੀ ਮੁਹਤਾਜ ਹੋ ਜਾਵਾਂ ਤੇ ਸਤਿਗੁਰ ਜੀ ਮੈਨੂੰ ਆਪਣੀ ਮੁਹਤਾਜੀ ਤੋਂ ਬਿਨਾਂ ਕਿਸੇ ਦੂਜੇ ਦੀ ਮੁਹਤਾਜੀ ਨਾ ਦੇ। ਮੈਂ ਸਤਿਗੁਰ ਤੁਹਾਡੀ ਮੁਹਤਾਜੀ ਵਿੱਚ ਤੇ ਰਹਿ ਲਵਾਂਗਾ, ਪਰ ਮੈਨੂੰ ਤੁਹਾਡੀ ਮੁਹਤਾਜੀ ਤੋਂ ਬਿਨਾਂ ਕਿਸੇ ਦੂਜੇ ਦੀ ਮੁਹਤਾਜੀ ਨਾ ਮਿਲੇ। ਤੇ ਭਗਤ ਫਰੀਦ ਸਾਹਿਬ ਜੀ ਨੂੰ ਪੁੱਛ ਲਿਆ ਸਿੱਖ ਨੇ ਵੀ, ਭਗਤ ਜੀ ਜੇ ਤੁਹਾਨੂੰ ਕਿਸੇ ਦੂਜੇ ਦੀ ਮੁਹਤਾਜੀ ਤੇ ਰਹਿਣਾ ਪੈ ਗਿਆ ਤੇ ਫਿਰ? ਕਹਿੰਦੇ, ਮੇਰੇ ਮਾਲਕ, ਜਿਸ ਦਿਨ ਮੈਨੂੰ ਤੁਹਾਡੀ ਮੁਹਤਾਜੀ ਤੋਂ ਨਿਕਲ ਕੇ ਕਿਸੇ ਦੂਜੇ ਦੀ ਮੁਹਤਾਜੀ ਵਿੱਚ ਰਹਿਣਾ ਪੈ ਗਿਆ, ਮੇਰੇ ਮਾਲਕ, ਮੈਂ ਆਪਣੇ ਇਸ਼ਟ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਕਵਾਂਗਾ, ਮੇਰੇ ਰੱਬ ਜੀ, ਇਸ ਤੋਂ ਚੰਗਾ ਤੁਸੀਂ ਮੇਰੇ ਅੰਦਰ ਦੇ ਪ੍ਰਾਣ ਬਾਹਰ ਕੱਢ ਲਓ, ਮੈਨੂੰ ਹੁਣ ਇਹਨਾਂ ਪ੍ਰਾਣਾਂ ਦੀ ਜ਼ਰੂਰਤ ਨਹੀਂ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਹ ਦੁਨੀਆ ਦੇ ਲੋਕੋ, ਮੇਰਾ ਮਾਲਕ ਇੱਕੋ ਹੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ। ਬਾਬਾ ਜੀ ਕਹਿੰਦੇ ਨੇ, ਮੁਹਤਾਜੀ ਸਿਰਫ ਕਰਤੇ ਦੀ, ਪਰਮਾਤਮਾ ਦੀ, ਰੱਬ ਦੀ, ਇੱਕ ਅੱਲਾ ਦੀ। ਤਾਂ ਹੀ ਮੇਰੇ ਸਾਹਿਬ ਜੀ ਬਾਣੀ ਵਿੱਚ ਕਹਿ ਰਹੇ ਨੇ, ਭੈਰੋ ਭੂਤ ਸ਼ੀਤਲਾ ਧਾਵੈ। ਲੋਕ ਸ਼ੀਤਲਾ ਦੇ ਕੋਲੋਂ ਜਾਂਦੇ ਸਨ। ਅੱਜ ਵੀ ਬੜੇ ਸਿੱਖ ਨੇ, ਖਾਸ ਕਰਕੇ ਜਦੋਂ ਆਪਾਂ ਪਿੰਡਾਂ ਵਿੱਚ ਜਾਂਦੇ ਹਾਂ, ਉੱਥੇ ਕਿਸੇ ਨੂੰ ਇਹ ਬਿਮਾਰੀ ਜੀ ਹੋ ਜਾਏ ਤੇ ਲੋਕ ਮੰਦਰਾਂ ਦੇ ਵਿੱਚ ਮੱਥੇ ਟੇਕਦੇ ਨੇ। ਉਹ ਸ਼ੀਤਲਾ ਦੇ ਮੰਦਰ ਵਿੱਚ ਜਾ ਕੇ ਇਸ ਪ੍ਰਕੋਪ ਨੂੰ ਦੂਰ ਕਰਨ ਲਈ ਕਹਿੰਦੇ ਨੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਨਹੀਂ, ਅਸੀਂ ਤੇ ਇੱਕ ਕਰਤੇ ਦੇ ਚਰਨਾਂ ਵਿੱਚ ਅਰਦਾਸ ਕਰਨੇ। ਉਹ ਕਰਤਾ ਹੀ ਸਭ ਕੁਝ ਕਰਨਹਾਰ ਹੈ। ਉਹਦੇ ਹੁਕਮ ਵਿੱਚ ਤੇ ਸ੍ਰਿਸ਼ਟੀ ਹੈ, ਉਹਦੇ ਹੁਕਮ ਵਿੱਚ ਤੇ ਕਾਇਨਾਤ ਹੈ। ਤੇ ਜਿੰਦੇ ਹੁਕਮ ਵਿੱਚ ਕਾਇਨਾਤ ਹੈ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਧਿਆਨ ਦਿਆ ਜੇ ਹੁਣ ਭਗਤ ਨਾਮਦੇਵ ਜੀ ਕੀ ਬਚਨ ਕਹਿੰਦੇ ਨੇ, ਕਹਿੰਦੇ, ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨਿਓ ਸ਼ਾਰ ਉਡਾਵੈ। ਜੇ ਤੂੰ ਸ਼ੀਤਲਾ ਦੀ ਪੂਜਾ ਕੀਤੀ ਤੇ ਮੰਨ ਲਓ ਭਗਤ ਜੀ ਕਹਿੰਦੇ ਨੇ ਉਹ ਤੁਹਾਡੇ ਤੇ ਖੁਸ਼ ਹੋ ਗਈ, ਤੇ ਜਦੋਂ ਤੁਹਾਡੇ ਤੇ ਖੁਸ਼ ਹੋਏਗੀ, ਖੁਸ਼ ਹੋਣ ਤੋਂ ਬਾਅਦ ਕੀ ਕਰੇਗੀ?
ਉਹ ਤੁਹਾਨੂੰ ਜਾਂ ਤੇ ਆਪਣੇ ਵਰਗਾ ਬਣਾ ਲੇਗੀ ਜਾਂ ਆਪਣੇ ਪ੍ਰੇ ਕਿਸੇ ਪਿਆਰੇ ਵਰਗਾ ਬਣਾ ਲੇਗੀ। ਹੁਣ ਸ਼ੀਤਲਾ ਦਾ ਸਭ ਤੋਂ ਪਿਆਰਾ ਕੀ ਹੈ? ਉਹਦਾ ਉਹ ਖੋਤਾ ਹੈ ਜਿੰਦੇ ਤੇ ਉਹ ਸਵਾਰੀ ਕਰਦੀ ਹੈ। ਭਗਤ ਜੀ ਕਹਿੰਦੇ ਨੇ ਦੁਨੀਆ ਦੇ ਲੋਕੋ ਇਹਨਾਂ ਭਰਮਾਂ ਤੋਂ ਬਾਹਰ ਨਿਕਲੋ, ਸ਼ੀਤਲਾ ਦੀ ਪੂਜਾ ਕਰਕੇ ਜੇ ਕੁਝ ਖਟਿਆ ਵੀ ਤੇ ਕੀ ਖਟਿਆ, ਇੱਕ ਖੋਤੇ ਦੀ ਨਿਆਈ ਜੂਨ ਭੋਗ ਕੇ ਸਾਰੀ ਜ਼ਿੰਦਗੀ ਪੈਰਾਂ ਦੇ ਨਾਲ ਮਿੱਟੀ ਪਟੋਗੇ, ਹੋਰ ਕੁਝ ਵੀ ਨਹੀਂ। ਖਰ ਬਾਹਨ ਉਹ ਸ਼ਾਰ ਉਡਾਵੇ, ਕਿਉਂਕਿ ਖੋਤਾ ਜਿੰਨੀ ਦੇਰ ਤੱਕ ਖਾਲੀ ਖੜਾ ਹੁੰਦਾ ਹੈ ਉਨੀ ਦੇਰ ਤੱਕ ਖੋਤਾ ਖਾਲੀ ਖੜਾ ਹੋਇਆ ਉਹ ਪੈਰਾਂ ਨੂੰ ਧਰਤੀ ਤੇ ਪਟਕਦਾ ਰਹਿੰਦਾ ਹੈ, ਪੈਰਾਂ ਦੇ ਨਾਲ ਮਿੱਟੀ ਪਾਉਂਦਾ ਰਹਿੰਦਾ ਹੈ। ਇਸੇ ਕਰਕੇ ਯਤਨ ਕੀਤਾ ਜਾਂਦਾ ਹੈ, ਖੋਤੇ ਨੂੰ ਉਹਦਾ ਮਾਲਕ ਕਦੀ ਖਾਲੀ ਨਹੀਂ ਛੱਡਦਾ, ਉਹਦੇ ਤੇ ਭਾਰ ਲੱਦ ਕੇ ਰੱਖਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਇਸੇ ਕਰਕੇ ਪੰਡਤ ਜੀ ਇਹਨਾਂ ਦੀ ਮੈਨੂੰ ਜ਼ਰੂਰਤ ਨਹੀਂ, ਤੇ ਮੈਂ ਕਈ ਵਾਰੀ ਬੇਨਤੀ ਕਰਨਾ ਗੁਰੂ ਕੇ ਸਿੱਖਾ, ਅੱਜ ਵਿਆਹ ਕਰਾਉਣਾ ਹੋਵੇ ਤੇ ਤੂੰ ਮੰਦਰਾਂ ਦੇ ਅੰਦਰ ਭਟਕਣਾ ਪਿਆ, ਟੇਵੇ ਲਾਣਾ ਪਿਆ, ਪੰਡਤਾਂ ਕੋਲ ਜਾ ਕੇ ਪੁੱਛਣਾ ਪਿਆ ਕਿਹੜਾ ਦਿਨ ਚੰਗਾ ਤੇ ਕਿਹੜਾ ਮਾੜਾ। ਕਦੀ ਸਤਿਗੁਰਾਂ ਦੇ ਨਾ ਅਮੋਲਕ ਬਚਨਾਂ ਨੂੰ ਆਪਣੇ ਜੀਵਨ ਵਿੱਚ ਪੜ੍ਹ ਲੈ। ਮੈਂ ਕਹਿੰਦਾ ਕਿੰਨੀ ਦ੍ਰਿੜਤਾ ਹੋਏਗੀ ਭਗਤ ਨਾਮਦੇਵ ਜੀ ਦੇ ਅੰਦਰ, ਕਿੰਨੀ ਉਹਨਾਂ ਦੇ ਅੰਦਰ ਸੱਚ ਵਿੱਚ ਰੱਬ ਨਾਲ ਜੁੜਨ ਦੀ ਗੜ੍ਹਸ ਹੋਏਗੀ ਉਹਨਾਂ ਦੇ ਅੰਦਰ, ਕਿ ਧਰਮ ਦੇ ਪੁਜਾਰੀ ਨੂੰ ਉਸ ਸਮੇਂ ਦੇ ਅੰਦਰ ਜਦੋਂ ਸਮਾਜ 4 ਵਰਨਾਂ ਦੇ ਵਿੱਚ ਵੰਡਿਆ ਹੋਇਆ ਹੈ, ਕਿਵੇਂ ਧਰਮ ਦੇ ਪੁਜਾਰੀ ਨੂੰ ਮੁਖਾਤਬ ਹੋ ਕੇ ਭਗਤ ਨਾਮਦੇਵ ਜੀ ਬਚਨ ਕਹਿ ਰਹੇ ਨੇ। ਸੱਚ ਵਿੱਚ ਸੋਚਣ ਵਾਲੀ ਗੱਲ ਹੈ ਨਾ ਮੇਰੇ ਸਤਿਗੁਰ ਜੀ। ਫਿਰ ਦੂਜੇ ਬੰਦ ਵਿੱਚ ਭਗਤ ਜੀ ਕਹਿੰਦੇ ਨੇ, ਆਓ ਸਮਝੀਏ ਇਸ ਪਾਵਨ ਬਚਨ ਨੂੰ। ਭਗਤ ਜੀ ਕਹਿੰਦੇ ਨੇ, ਮਹਾ ਮਾਈ ਕੀ ਪੂਜਾ ਕਰੇ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ। ਜਿਹੜੇ ਬੰਦੇ ਸ਼ਿਵ ਜੀ ਨੂੰ ਧਿਆਉਂਦੇ ਨੇ, ਬਰਦ ਚਰੇ ਡਮਰੂ ਟਮਕਾਵੇ। ਕਹਿੰਦੇ ਨੇ ਜੇ ਸ਼ਿਵ ਜੀ ਦੀ ਪੂਜਾ ਕਰਨਾ, ਸ਼ਿਵ ਸ਼ਿਵ ਕਰਦਾ ਰਹਿਣਾ ਸਾਰਾ ਦਿਨ, ਤੇ ਜ਼ਿਆਦਾ ਤੋਂ ਜ਼ਿਆਦਾ ਕੀ ਹੋਏਗਾ, ਬਲਦ ਤੇ ਚੜੇਗਾ, ਸ਼ਿਵ ਜੀ ਦੀ ਤਰ੍ਹਾਂ ਡਮਰੂ ਹੀ ਵਜਾਏਗਾ, ਇਸ ਤੋਂ ਜ਼ਿਆਦਾ ਤੇ ਕੁਝ ਨਹੀਂ ਕਰ ਸਕਦਾ। ਤਾਂ ਹੀ ਸਤਿਗੁਰ ਕਹਿੰਦੇ ਨੇ ਜੇ ਜੁੜਨਾ ਹੈ, ਜੇ ਬਣਨਾ ਹੈ, ਤੇ ਮੇਰੇ ਸਾਹਿਬ ਕਹਿੰਦੇ ਨੇ ਕਰਤੇ ਵਰਗਾ ਬਣ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਸਤਿਗੁਰ ਕਹਿੰਦੇ ਨੇ ਮੈਨੂੰ ਸਿੱਖ ਹੋ ਜਿਹਾ ਚਾਹੀਦਾ ਹੈ ਜਿਹੋ ਜਿਹਾ ਮੇਰਾ ਉਹ ਮਾਲਕ ਆਪ ਹੈ। ਕਦੀ ਧਿਆਨ ਸੋਚੀ, ਅਸੀਂ ਇੰਨਾ ਡਰਨੇ ਆ ਸੱਚ ਵਿੱਚ ਗੱਲ ਕਰਨ ਤੋਂ। ਹਕੀਕਤ ਹੈ ਸਾਧ ਸੰਗਤ ਜੀ, ਤੁਸੀਂ ਕਿਸੇ ਨੂੰ ਕਹਿ ਦਿਓ ਵੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ, ਗੁਰੂ ਨਾਨਕ ਸਾਹਿਬ ਜੀ ਵਰਗੇ ਬਣੋ, ਅੱਗੋਂ ਕਹਿੰਦਾ ਨਾ ਜੀ ਨਾ, ਕਿੱਥੇ ਗੁਰੂ ਨਾਨਕ ਸਾਹਿਬ ਜੀ, ਕਿੱਥੇ ਅਸੀਂ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਵੀ ਨਹੀਂ। ਮੈਂ ਕਹਿੰਦਾ ਸਿੱਖੋ ਨਹੀਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਆਪਣੇ ਚਰਨਾਂ ਦੀ ਧੂੜ ਬਣਨ ਲਈ ਤੇ ਆਖਿਆ ਹੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਤੇ ਆਖਿਆ, ਗੁਰੂ ਕੇ ਸਿੱਖਾ ਤੂੰ ਮੇਰੇ ਵਰਗਾ ਬਣ। ਭਾਈ ਲਹਿਣੇ ਨੂੰ ਸਤਿਗੁਰ ਨੇ ਆਪਣੇ ਵਰਗਾ ਬਣਾਇਆ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਭਾਈ ਅਮਰੂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਵਰਗਾ ਬਣਾਇਆ ਹੈ। ਮੇਰੇ ਸਤਿਗੁਰ ਨੇ ਆਪਣੇ ਚਰਨਾਂ ਦੀ ਧੂੜ ਬਣ ਕੇ ਨਹੀਂ ਆਖਿਆ ਤੁਸੀਂ ਰਹੋ ਸਾਰੀ ਜ਼ਿੰਦਗੀ ਮੈਂ ਤੁਹਾਡਾ ਗੁਰੂ ਰਵਾਂਗਾ, ਤੁਸੀਂ ਮੇਰੇ ਸਿੱਸ਼ਿਆ ਰਹੋਗੇ। ਨਹੀਂ, ਸਤਿਗੁਰ ਕਹਿੰਦੇ ਨੇ ਹਰ ਇੱਕ ਸਿੱਖ ਦੇ ਅੰਦਰ ਮੇਰੇ ਮਾਲਕ ਕਰਤੇ ਨੇ ਉਹ ਵਿਚਾਰ ਪੈਦਾ ਕੀਤੀ ਹੈ। ਉਹ ਹਰ ਸਿੱਖ ਜਿਹੜਾ ਇਸ ਮੁਕਾਮ ਤੇ ਪਹੁੰਚਣਾ ਚਾਹੀਦਾ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਸੇਵਕ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਰੱਬ ਆਪ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਚਨ ਭਗਤ ਜੀ ਕਹਿੰਦੇ ਨੇ, ਬਰਦ ਚਰੇ ਡਮਰੂ ਟਮਕਾਵੇ, ਮਹਾ ਮਾਈ ਕੀ ਪੂਜਾ ਕਰੇ। ਮਹਾ ਦਾ ਮਤਲਬ ਹੈ ਵੱਡਾ, ਮਾਈ ਦਾ ਮਤਲਬ ਹੈ ਮਾਂ। ਵੱਡੀ ਮਾਈ ਕਿਹੜੀ ਹੈ? ਪਾਰਬਤੀ। ਭਗਤ ਜੀ ਕਹਿੰਦੇ ਨੇ ਜੇ ਤੂੰ ਪਾਰਬਤੀ ਦੀ ਪੂਜਾ ਕਰੇਗਾ, ਅਸਲ ਵਿੱਚ ਭਗਤ ਜੀ ਕਹਿ ਰਹੇ ਨੇ ਮੈਨੂੰ ਇਹ ਤੇਰੇ ਦੇਵਤੇ ਨਹੀਂ ਚਾਹੀਦੇ। ਪੰਡਤ ਨੂੰ, ਧਰਮ ਦੇ ਆਗੂ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ, ਜਿਨ੍ਹਾਂ ਦੀ ਬੰਦਗੀ ਕਰਨ ਦੀ ਤੂੰ ਗੱਲ ਕਰਨਾ ਹੈ, ਮੈਨੂੰ ਤੇਰੇ ਦੇਵਤੇ ਨਹੀਂ ਚਾਹੀਦੇ, ਤੂੰ ਆਪਣੇ ਦੇਵਤੇ ਲੈ ਜਾ। ਇੱਕ ਪਰਮਾਤਮਾ ਨੂੰ ਮੈਂ ਆਪਣਾ ਬਣਾ ਲਿਆ, ਉਹਦੇ ਬਦਲੇ ਵਿੱਚ ਸਾਰੇ ਤੇਰੇ। ਤੇ ਗੁਰੂ ਦਾ ਸਿੱਖ ਅੱਜ ਉਸ ਇੱਕ ਦਾ ਪੱਲਾ ਛੱਡ ਕੇ ਇਹਨਾਂ ਦੇ ਚਰਨਾਂ ਵਿੱਚ ਝੁਕਦਾ ਪਿਆ। ਅੱਜ ਇਹਨਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਰਿਹਾ ਹੈ। ਕਹਿੰਦਾ ਮੈਨੂੰ ਇੱਥੋਂ ਸੁੱਖ ਮਿਲਣਾ ਹੈ, ਕਹਿੰਦਾ ਮੈਨੂੰ ਇੱਥੋਂ ਸੰਸਾਰ ਦੀਆਂ ਦਾਤਾਂ ਮਿਲਣੀਆਂ ਨੇ। ਸਤਿਗੁਰ ਕਹਿੰਦੇ ਨੇ ਗੁਰੂ ਕੇ ਸਿੱਖਾ ਸਮਝ, ਅੰਮ੍ਰਿਤ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਮਹਾ ਮਾਈ ਕੀ ਪੂਜਾ ਕਰੇ। ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਮਹਾ ਮਾਈ ਦੀ ਪੂਜਾ ਕਰੇਗਾ, ਪਾਰਬਤੀ ਦੀ ਪੂਜਾ ਕਰੇਗਾ, ਹੋਏਗਾ ਕਿ ਨਰ ਸਹਿ ਨਾਰ ਹੋਏ ਅਵਤਰੈ। ਉਹ ਨਰ ਸਹਿ ਨਾਰ ਭਾਵ ਮਨੁੱਖ ਤੋਂ ਤੈਨੂੰ, ਜੇ ਤੂੰ ਹੁਣ ਬੰਦੇ ਦੀ ਜੂਨੀ ਵਿੱਚ ਹੈ
ਤੇ ਤੂੰ ਮਹਾਮਾਈ ਦੀ ਪੂਜਾ ਕਰ ਰਿਹਾ ਪਏ, ਪਾਰਵਤੀ ਦੀ ਪੂਜਾ ਕਰ ਰਿਹਾ ਹੈ, ਤੇ ਜ਼ਿਆਦਾ ਤੋਂ ਜ਼ਿਆਦਾ ਤੈਨੂੰ ਕੀ ਕਰੇਗੀ, ਆਪਣੇ ਵਰਗਾ ਬੰਦੇ ਤੋਂ ਔਰਤ ਦੀ ਜਾਤ ਵਿੱਚ ਚਲਾ ਜਾਏਗਾ। ਨਰਸੈ ਨਾਰ ਹੋਏ ਅਵਤਰੈ। ਪਾਤਸ਼ਾਹ ਕਹਿੰਦੇ ਨੇ ਤੂੰ ਕਹੀਅਤ ਹੀ ਆਦ ਭਵਾਨੀ, ਤੁਸੀਂ ਭਵਾਨੀ ਦੀ ਪੂਜਾ ਕਰਦੇ ਹੋ, ਤੁਸੀਂ ਕਹਿੰਦੇ ਆਦ ਤੋਂ ਹੈ, ਸ੍ਰਿਸ਼ਟੀ ਦੇ ਮੁੱਢ ਤੋਂ ਹੈ। ਤੇ ਭਗਤ ਜੀ ਕਹਿੰਦੇ ਨੇ ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਦੱਸ ਜਦੋਂ ਮੁਕਤੀ ਦੀ ਗੱਲ ਹੁੰਦੀ ਉਦੋਂ ਤੂੰ ਕਿੱਥੇ ਲੁਕ ਜਾਨੀ ਹੈ? ਜਦੋਂ ਗੱਲ ਮੁਕਤੀ ਦੀ ਆਵੇ ਦੱਸ। ਭਗਤ ਜੀ ਕਹਿੰਦੇ ਨੇ ਉਦੋਂ ਇਹ ਜਿੰਦੀ ਤੂੰ ਪੂਜਾ ਕਰਕੇ ਕਹਿੰਦਾ ਮਹਾ ਭਵਾਨੀ ਹੈ, ਦੱਸ ਮੁਕਤੀ ਦੇ ਵਕਤ ਕਿੱਥੇ ਲੁਕ ਜਾਂਦੀ ਹੈ? ਸੱਚ ਇਹ ਹੈ ਗੁਰਮਖੋ, ਜਿਦਨ ਇਸ ਧਰਮ ਦੇ ਅੰਦਰ ਵਸਣ ਵਾਲਿਆਂ ਨੂੰ ਵੀ ਜ਼ਰੂਰਤ ਪਈ ਸੀ, ਜਿਦਨ ਔਰੰਗਜ਼ੇਬ ਸਵਾ ਮਨ ਜੰਜੂ ਉਤਾਰਦਾ ਪਿਆ ਸੀ, ਉਦਨ ਵੀ ਇਹਨਾਂ ਨੂੰ ਕਿਤੋਂ ਸ਼ਰਨ ਨਹੀਂ ਸੀ ਮਿਲੀ। ਨਾ ਭੈਰੋ ਨੇ ਟੇਕ ਦਿੱਤੀ, ਨਾ ਸ਼ੀਤਲਾ ਨੇ ਟੇਕ ਦਿੱਤੀ, ਨਾ ਸ਼ਿਵ ਜੀ ਨੇ ਆ ਕੇ ਇਹਨਾਂ ਦੀ ਸਾਰ ਲਈ, ਨਾ ਪਾਰਵਤੀ ਨੇ ਸਾਰ ਲਈ। ਉਸ ਦਿਨ ਇਹਨਾਂ ਦੀ ਸਾਰ ਲਈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਦੀ ਸਾਰ ਲਈ। ਉਸ ਦਿਨ ਉਹਨੇ ਸਾਰ ਲਈ ਜਿਹਨੇ ਇੱਕ ਦੀ ਗੱਲ ਆਖੀ, ਜਿਹਨੇ ਆਖਿਆ ਮੇਰਾ ਮਾਲਕ ਇੱਕ ਕਰਤਾ ਪ੍ਰਮਾਤਮਾ ਅਕਾਲ ਪੁਰਖ ਹੈ। ਜਿਹਨੇ ਇੱਕ ਦੀ ਗੱਲ ਕੀਤੀ ਸੱਚ ਜਾਣੇ, ਉਹਨੇ ਆਖਿਆ ਸੀ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ, ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਰਮ ਡੁਲਾ ਲੈਂਦੇ ਹੋ, ਉਹਨਾਂ ਦਾ ਧਰਮ ਤਬਦੀਲ ਕਰ ਲੈਂਦੇ ਹੋ, ਅਸੀਂ ਸਾਰੇ ਆਪਣਾ ਧਰਮ ਛੱਡਣ ਨੂੰ ਤਿਆਰ ਹਾਂ। ਮੈਂ ਕਹਿੰਦਾ ਉਹਨਾਂ ਨੂੰ ਵੀ ਕਿੰਨਾ ਭਰੋਸਾ ਹੋਏਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਲਕ ਬਚਨ ਅਖੀਰਲੀ ਪੰਕਤੀ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਗੁਰਮਤ ਰਾਮ ਨਾਮ ਗਹੋ ਮੀਤਾ। ਮੀਤਾ ਸ਼ਬਦ ਸੰਬੋਧਨ ਵਿੱਚ ਹੈ। ਇੱਥੇ ਫਿਰ ਭਗਤ ਨਾਮਦੇਵ ਜੀ ਪੰਡਤ ਨੂੰ ਮਿੱਤਰ ਕਹਿ ਕੇ ਕਹਿੰਦੇ ਨੇ ਮੇਰੇ ਮਿੱਤਰ, हे ਪੰਡਤ ਜੀ, ਬੇਸ਼ੱਕ ਤੇਰੀ ਮੇਰੀ ਵਿਚਾਰ ਇੱਕ ਨਹੀਂ, ਬੇਸ਼ੱਕ ਮੈਂ ਤੇਰੀ ਕਹੀ ਹੋਈ ਗੱਲ ਨੂੰ ਕੰਡੈਮ ਕਰਨਾ, ਪਰ ਫਿਰ ਵੀ ਮੈਂ ਤੈਨੂੰ ਆਪਣਾ ਜਾਣ ਕੇ, ਤੈਨੂੰ ਆਪਣਾ ਮਿੱਤਰ ਜਾਣ ਕੇ ਇੱਕ ਗੱਲ ਕਹਿਣਾ ਚਾਹਨਾ। ਗੁਰਮਤਿ ਰਾਮ ਨਾਮ ਗਹੋ ਮੀਤਾ। ਗੁਰੂ ਦੀ ਮੱਤ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਦਿੱਤੇ ਹੋਏ ਫਲਸਫੇ ਨੂੰ, ਉਹਦੇ ਨਾਮ ਨੂੰ ਤੂੰ ਪਕੜ ਲੈ। ਗਹੋ ਦਾ ਮਤਲਬ ਹੁੰਦਾ ਪਕੜਨਾ। ਪ੍ਰਣਵੈ ਨਾਮਾ ਯੋ ਕਹਿ ਗੀਤਾ। ਭਗਤ ਨਾਮਦੇਵ ਜੀ ਕਹਿੰਦੇ ਨੇ ਇਹਨੂੰ ਮੇਰੀ ਗੱਲ ਨਾ ਜਾਣ। ਸੱਚ ਇਹ ਹੈ ਜਿਨ੍ਹਾਂ ਧਰਮ ਗ੍ਰੰਥਾਂ ਦੇ ਹਵਾਲੇ ਤੂੰ ਦੇਣਾ ਉਹ ਧਰਮ ਗ੍ਰੰਥ ਮੈਂ ਵੀ ਪੜ੍ਹੇ ਨੇ। ਭਗਤ ਜੀ ਕਹਿੰਦੇ ਨੇ ਜਿਸ ਗੀਤਾ ਦੀ ਗੱਲ ਤੂੰ ਕਰਨਾ ਉਹ ਗੀਤਾ ਮੈਂ ਵੀ ਪੜ੍ਹੀ ਏ, ਪਰ ਸੱਚ ਇਹ ਹੈ ਤੇਰੀ ਗੀਤਾ ਵੀ ਇਹੀ ਗੱਲ ਕਹਿੰਦੀ ਏ ਕਿ ਛੱਡ ਦੇ ਦੁਨੀਆ ਦੇ ਸਾਰੇ ਭਰਮ, ਉਸ ਇੱਕ ਪਰਮਾਤਮਾ ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਆਦਿ ਏ, ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈ। ਭਗਤ ਜੀ ਕਹਿੰਦੇ ਨੇ हे ਮੇਰੇ ਮਿੱਤਰ, ਭਾਵੇਂ ਸਾਡੇ ਲੱਖ ਵਖਰੇਵੇਂ ਨੇ ਸਮਾਜ ਵਿੱਚ, ਪਰ ਮੈਂ ਤੈਨੂੰ ਆਪਣਾ ਮਿੱਤਰ, ਆਪਣਾ ਵੀਰ ਬਣਾ ਕੇ ਕਹਿਣਾ, ਛੱਡ ਦੇ ਸੰਸਾਰ ਦੇ ਨਾ ਭਰਮਾਂ ਨੂੰ, ਇੱਕ ਕਰਤੇ ਦੇ ਚਰਨਾਂ ਦੇ ਵਿੱਚ ਉਹਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ। ਸੱਚ ਵਿੱਚ ਮੇਰੇ ਸਤਿਗੁਰੂ ਜੀ ਨੇ ਇਹ ਉਪਦੇਸ਼ ਗੁਰੂ ਕੇ ਸਿੱਖਾ ਹਰ ਸਿੱਖ ਨੂੰ ਕੀਤਾ ਹੈ। ਹਰ ਸਿੱਖ ਨੂੰ ਮੈਂ ਬੜੀ ਵਾਰੀ ਬੇਨਤੀ ਕਰਨਾ ਸਾਧ ਸੰਗਤ, ਅਸੀਂ ਕਿਦੋਂ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਸਮਝਾਂਗੇ? ਕਿਤੇ ਗੁਰੂ ਕਿਰਪਾ ਕਰੇ। ਭਗਤ ਜੀ ਕਹਿੰਦੇ ਨੇ ਮੈਂ ਇੱਕ ਰੱਬ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੂੰ, ਤੋ ਏਕ ਰਮਈਆ ਲੈ ਹੂੰ, ਆਨ ਦੇ ਬਦਲਾਵਨ ਦੇ ਹੂੰ। ਗੁਰੂ ਕੇ ਸਿੱਖਾ, ਜਦੋਂ ਤੂੰ ਕਿਸੇ ਚਾਰ ਇੱਟਾਂ ਜੁੜੀਆਂ ਦੇ ਅੱਗੇ, ਕਬਰ ਦੇ ਅੱਗੇ ਮੱਥਾ ਟੇਕਣਾ ਹੈ, ਜਦੋਂ ਤੂੰ ਕਿਸੇ ਪੱਥਰ ਦੇ ਅੱਗੇ ਮੱਥਾ ਟੇਕਣਾ ਹੈ, ਜਦੋਂ ਤੂੰ ਤੀਰਥਾਂ ਤੇ ਨਹਾ ਕੇ ਇਸ਼ਨਾਨ ਕਰਨ ਨੂੰ ਧਰਮ ਦਾ ਮਨੋਰਥ ਸਮਝੀ ਜਾਂਦਾ ਹੈ, ਜਿਸ ਵੇਲੇ ਤੂੰ ਕਿਸੇ ਦਰਖਤ ਦੀ ਪੂਜਾ ਕਰਨਾ ਹੈ, ਸੱਚ ਵਿੱਚ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਧਿਆਨ ਵਿੱਚ ਰੱਖ ਲਿਆ ਕਰ। ਪਰ ਸੱਚ ਦੁਖਾਨ ਤੇ ਹੈ, ਕਦੀ ਅਸੀਂ ਬਚਨ ਪੜ੍ਹੇ ਹੋਣ ਤੇ ਸਾਨੂੰ ਸਮਝ ਵਿੱਚ ਆਏ। ਇਸ ਕਰਕੇ ਬੇਨਤੀ ਹੈ ਸਾਧ ਸੰਗਤ, ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਇੱਕ ਵਾਰ ਇਹਨਾਂ ਸ਼ੇਸ਼ ਸ਼ਬਦ ਨੂੰ, ਪਾਵਨ ਸ਼ਬਦ ਨੂੰ ਆਪਣੇ ਘਰ ਵਿੱਚ ਜਾ ਕੇ ਜ਼ਰੂਰ ਪੜ੍ਹਿਓ, ਤਾਂ ਕਿ ਜਿਹੜੇ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਹਨਾਂ ਬਚਨਾਂ ਦੀ ਸਮਝ ਆ ਸਕੇ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ।